ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਉਸਤਤ ਮਨ ਮੈਂ ਕਰ ਨਿਰੰਕਾਰ। ਕਰ ਮਨ ਮੇਰੇ ਸਤ ਵਿਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ। ਸਦਾ ਸੁਹੇਲਾ ਕਰ ਲਹਿ ਜੀਓ। ਨੈਣੋ ਭੇਖ ਠਾਕੁਰ ਕਾ ਰੰਗ। ਸਾਧ ਸੰਗ ਬਿਨਸੈ ਸਭ ਸੰਗ। ਚਰਨ ਚਲੋ ਮਾਰਗ ਗੋਬਿੰਦ। ਮਿਟੈ ਪਾਪ ਜਪੀਐ ਹਰ ਬਿੰਦ। ਕਰ ਹਰ ਕਰਮ ਸ਼ਰਵਣ ਹਰ ਕਥਾ। ਹਰ ਦਰਗਹਿ ਨਾਨਕ ਉਜਲ ਮੱਥਾ। ਕਰ ਹਰ ਕਰਮ ਸ਼ਰਵਣ ਹਰ ਕਥਾ। ਹਰ ਦਰਗਹਿ ਨਾਨਕ ਉਜਲ ਮੱਥਾ। ਸਤਿਨਾਮ ਵਾਹਿਗੁਰੂ ਜੀ। ਮਹੱਲਾ ਦੂਜਾ। ਜੋਗ ਸ਼ਬਦੰ ਗਿਆਨ ਸ਼ਬਦੰ ਭੇਦ ਸ਼ਬਦੰ ਬ੍ਰਾਹਮਣੈ। ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪਰਾਕਿਰਤੈ। ਸਰਵ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ। ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਮਹੱਲਾ ਦੂਜਾ। ਏਕ ਕ੍ਰਿਸ਼ਨੰ ਸਰਵ ਦੇਵਾ। ਦੇਵ ਦੇਵਾਤ ਆਤਮਾ। ਆਤਮਾ ਵਾਸ ਦੇਵਸ ਜੇ ਕੋ ਜਾਣੈ ਭਿਓ। ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਮਹੱਲਾ ਪਹਿਲਾ। ਕੁੰਭੇ ਬੱਧਾ ਜਲ ਰਹਿ। ਜਲ ਬਿਨ ਕੁੰਭ ਨ ਹੋਏ। ਗਿਆਨ ਕਾ ਬੱਧਾ ਮਨ ਰਹਿ। ਗੁਰ ਬਿਨ ਗਿਆਨ ਨ ਹੋਏ। ਪੌੜੀ ਪੜਿਆ ਹੋਵੇ ਗੁਣਹਗਾਰ ਤਾ ਓਮੀ ਸਾਧ ਨ ਮਾਰੀਐ। ਜਿਹਾ ਘਾਲੇ ਘਾਲਣਾ ਤੇ ਵੇਹੋ ਨਾਉ ਪਚਾਰੀਐ। ਐਸੀ ਕਲਾ ਨ ਖੇਡੀਐ ਜਿਤ ਦਰਗਹਿ ਗਿਆ ਹਾਰੀਐ। ਪੜਿਆ ਅਤੇ ਓਮੀਆਂ ਵਿਚਾਰ ਅੱਗੇ ਵਿਚਾਰੀਐ। ਮੂੰਹ ਚੱਲੈ ਸੋ ਅੱਗੇ ਮਾਰੀਐ। ਮੂੰਹ ਚੱਲੈ ਸੋ ਅੱਗੇ ਮਾਰੀਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ। ਚਵਰ ਛਤਰ ਤਖਤ ਦੇ ਮਾਲਕ। ਸਹਿਬ ਕਮਾਲ ਸ਼ਬਦ ਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਿਹਰਾਂ ਦੇ ਦਾਤੇ ਬਖਸ਼ਿਸ਼ ਕੀਤੀ ਹੈ ਜੋ ਇਸ ਪਾਵਨ ਅਸਥਾਨ 'ਤੇ ਗੁਰਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ। ਆਸਾ ਕੀ ਵਾਰ ਦੀ ਪਾਵਨ ਬਾਣੀ ਵਿੱਚੋਂ ਆਪ ਜੀ ਨੇ ਸਮੇਂ 12ਵੀਂ ਪੌੜੀ ਦੇ ਨਾਲ 2 ਸ਼ਲੋਕ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ, 1 ਸ਼ਲੋਕ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਤੇ ਪੌੜੀ ਵਾਲਾ ਸ਼ਬਦ ਇਹ ਪਾਠ ਸਰਵਣ ਕੀਤਾ ਹੈ। ਇਹਨਾਂ ਪਾਵਨ ਅੰਮ੍ਰਿਤ ਬਚਨਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਥੋੜ੍ਹਾ ਜਿਹਾ ਪੌੜੀ ਵਾਲੇ ਸ਼ਬਦ ਨੂੰ ਗਹਿਰੇ ਤਲ 'ਤੇ ਵੇਖਣਾ ਪਵੇਗਾ, ਕਿਉਂਕਿ ਜੋ ਗੱਲ ਗੁਰੂ ਪਾਤਸ਼ਾਹ ਜੀ ਨੇ ਪੌੜੀ ਦੇ ਵਿੱਚ ਆਖੀ ਹੈ, ਸ਼ਲੋਕਾਂ ਦੇ ਵਿੱਚ ਉਹਦਾ ਵਿਸਤਾਰ ਕੀਤਾ ਗਿਆ ਹੈ।
ਤੇ ਪੌੜੀ ਦੇ ਸ਼ਬਦ ਵਿੱਚ ਮਹਾਰਾਜ ਇੱਕ ਪੜ੍ਹੇ ਲਿਖੇ ਬੰਦੇ ਦੀ ਤੇ ਇੱਕ ਅਨਪੜ੍ਹ ਜੋ ਪਰਮਾਤਮਾ ਦਾ ਨਾਮ ਜਪਦਾ ਹੈ, ਦੋਵਾਂ ਦੀ ਗੱਲ ਕੀਤੀ ਹੈ। ਫਿਰ ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਦੀ ਮਨੁੱਖ ਘਾਲਣਾ ਘਾਲਦਾ ਹੈ ਉਸ ਤਰ੍ਹਾਂ ਦਾ ਉਹਦਾ ਨਾਂ ਪੈ ਜਾਂਦਾ। ਇਸ ਕਰਕੇ ਐਸੀ ਕਲਾਬਾਜ਼ੀ ਨਾ ਦੁਨੀਆ ਵਿੱਚ ਕਰੀਏ ਕਿ ਜਿਸ ਕਰਕੇ ਸੰਸਾਰ ਤੋਂ ਹਾਰ ਕੇ ਜਾਈਏ। ਵਾਹਿਗੁਰੂ ਦੇ ਘਰ ਦੇ ਵਿੱਚ ਉੱਥੇ ਇਹ ਵੇਖਿਆ ਜਾਂਦਾ ਹੈ ਕਿ ਨਾਮ ਕਿਸ ਨੇ ਜਪਿਆ ਹੈ, ਧਰਮ ਨੂੰ ਕਿਸ ਨੇ ਧਾਰਨ ਕੀਤਾ, ਉੱਥੇ ਵਿਚਾਰ ਵੇਖੀ ਜਾਂਦੀ ਹੈ। ਉੱਥੇ ਇਹ ਨਹੀਂ ਵੇਖਿਆ ਜਾਂਦਾ ਮਨੁੱਖ ਕਿੰਨਾ ਪੜ੍ਹਿਆ ਹੈ, ਉੱਥੇ ਉਹਦੇ ਜੀਵਨ ਨੂੰ ਵਿਚਾਰਿਆ ਜਾਂਦਾ ਹੈ। ਤੇ ਜੋ ਮਨੁੱਖ ਆਪਣੇ ਮੂੰਹ ਦੇ ਜ਼ੋਰ ਚੱਲਦਾ ਹੈ, ਭਾਵ ਆਪਣੀ ਅਕਲ ਵਰਤਦਾ, ਆਪਣੀ ਸਿਆਣਪ ਵਰਤਦਾ, ਆਪਣਾ ਬਲ ਵਰਤਦਾ ਹੈ, ਗੁਰੂ ਦੀ ਮੱਤ ਨਹੀਂ ਲੈਂਦਾ, ਉਹਦੇ ਮੂੰਹ 'ਤੇ ਫਿਰ ਅੱਗੇ ਮਾਰ ਹੀ ਪੈਂਦੀ ਹੈ। ਤੋ ਸਾਹਿਬ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਐਸੇ ਪੜ੍ਹੇ ਲਿਖੇ ਮਨੁੱਖ ਨਾਲੋਂ ਅਨਪੜ੍ਹ ਬੰਦਾ ਚੰਗਾ ਹੈ ਜਿਹੜਾ ਓਮ ਦਾ, ਵਾਹਿਗੁਰੂ ਦਾ ਨਾਮ ਜਪ ਰਿਹਾ ਹੈ। ਐਸਾ ਸਮਾਂ ਸੀ, ਕੁਝ ਲੋਕਾਂ ਨੇ ਐਸੀ ਵਿਚਾਰ ਸੰਸਾਰ ਨੂੰ ਦਿੱਤੀ ਕਿ ਜਿਸ ਦਿਨ ਸਾਰਾ ਸੰਸਾਰ ਪੜ੍ਹ ਜਾਵੇਗਾ, ਵਿਦਿਆ ਦਾ ਚਾਨਣ ਹੋ ਜਾਵੇਗਾ, ਸੰਸਾਰ ਸੁਖੀ ਹੋ ਜਾਵੇਗਾ। ਪਰ ਅੱਜ ਆਪਾਂ ਵੇਖਦੇ ਹਾਂ ਸੰਸਾਰ ਵਿੱਚ ਵਿਦਿਆ ਬਹੁਤ ਵਧੀ ਹੈ। ਵਿਦਿਆ ਦੇ ਵਧਣ ਦੇ ਨਾਲ ਗੁਨਾਹ ਬੜੇ ਵੱਧ ਗਏ ਹਨ, ਪਾਪ ਬੜੇ ਵੱਧ ਗਏ ਹਨ। ਜਿਸ ਵਿਦਿਆ ਨੂੰ ਭਲੇ ਵਾਸਤੇ ਵਰਤਣਾ ਸੀ, ਉਸ ਵਿਦਿਆ ਨੂੰ ਮਨੁੱਖ ਗੁਨਾਹ ਕਰਨ ਵਾਸਤੇ ਵਰਤ ਰਿਹਾ ਹੈ। ਭਾਵੇਂ ਆਪਾਂ ਵੇਖਦੇ ਹਾਂ CCTV ਕੈਮਰੇ ਵੀ ਲੱਗੇ ਨੇ, ਪਰ ਗੁਨਾਹ ਕਰਨ ਵਾਲਾ ਫਿਰ ਵੀ ਬੜਾ ਚਾਤਰ ਹੈ, ਚਲਾਕ ਹੈ, ਕਿਉਂਕਿ ਪੜ੍ਹਿਆ ਲਿਖਿਆ ਹੈ ਅਤੇ ਉਹਨੂੰ ਗੁਨਾਹ ਕਰਨ ਦਾ, ਪਾਪ ਕਰਨ ਦਾ ਤਰੀਕਾ ਹੋਰ ਦਾ ਹੋਰ ਆ ਗਿਆ ਹੈ। ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਪਾਸੇ ਸੰਸਾਰਕ ਵਿਦਿਆ ਦੇ ਕਾਰਨ ਇਹ ਹਾਲ ਸੰਸਾਰ ਦਾ ਹੋ ਰਿਹਾ ਹੈ, ਦੂਸਰਾ ਪਾਸੇ ਜਿਹੜੇ ਧਰਮ ਦੇ ਗ੍ਰੰਥ, ਧਾਰਮਿਕ ਵਿਦਿਆ, ਸਾਰੇ ਹੀ ਧਰਮਾਂ ਦੇ ਗ੍ਰੰਥ ਪੂਜਨੀਕ ਹਨ, ਸ਼ੋਭਨੀਕ ਹਨ। ਜਿਵੇਂ ਇੱਕ ਮਨੁੱਖ ਦੁਨਿਆਵੀ ਵਿਦਿਆ ਨੂੰ ਲੈ ਕੇ ਉਹਨੂੰ ਭਲੇ ਵਾਸਤੇ ਨਹੀਂ ਵਰਤਿਆ, ਗੁਨਾਹ ਕਰਨ ਲੱਗ ਪਿਆ, ਇਸੇ ਤਰ੍ਹਾਂ ਧਰਮ ਦੀ ਆੜ ਦੇ ਵਿੱਚ, ਧਾਰਮਿਕ ਗ੍ਰੰਥਾਂ ਦੀ ਆੜ ਦੇ ਵਿੱਚ ਮਨੁੱਖ ਕਰਮ ਕਾਂਡ ਕਰਨ ਲੱਗ ਪਿਆ, ਗੁਨਾਹ ਕਰਨ ਲੱਗ ਪਿਆ, ਪਾਪ ਕਰਨ ਲੱਗ ਪਿਆ। ਅਤੇ ਇਸ ਕਰਕੇ ਆਪਾਂ ਵੇਖਦੇ ਹਾਂ ਧਰਮ ਤੋਂ ਮਨੁੱਖ ਦਾ ਵਿਸ਼ਵਾਸ ਉੱਠ ਗਿਆ, ਧਰਮ 'ਤੇ ਮਨੁੱਖ ਦੀ ਉਹ ਸ਼ਰਧਾ ਨਹੀਂ ਰਹੀ। ਜਿਸ ਸਮੇਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ, ਉਸ ਸਮੇਂ ਵੀ ਐਸਾ ਅੰਧਕਾਰ ਛਾਇਆ ਹੋਇਆ ਸੀ ਅਤੇ ਆਪੋ ਆਪਣੇ ਕਰਮ ਕਾਂਡ ਨੂੰ ਹਰ ਇੱਕ ਨੇ ਕਿਹਾ ਵੀ ਮੈਂ ਜੋ ਕਰ ਰਿਹਾ ਇਹ ਸਭ ਨਾਲੋਂ ਵਧੀਆ ਧਰਮ ਹੈ। ਅਸਲ ਵਿੱਚ ਪਾਤਸ਼ਾਹ ਕਹਿੰਦੇ ਸਾਰੇ ਮਨੁੱਖਾਂ ਦਾ ਇੱਕੋ ਧਰਮ ਹੈ। ਉਹ ਆਪਾਂ ਕੱਲ੍ਹ ਵੀ ਵਿਚਾਰ ਕੀਤੀ ਸੀ। ਪਾਤਸ਼ਾਹ ਕਹਿੰਦੇ ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਾਰੇ ਧਰਮਾਂ ਵਿੱਚੋਂ ਸ੍ਰੇਸ਼ਟ ਧਰਮ ਇਹੀ ਹੈ, ਵਾਹਿਗੁਰੂ ਦਾ ਨਾਮ ਜਪਣਾ ਅਤੇ ਨਿਰਮਲ ਕਰਮ ਕਰਨੇ। ਉਹ ਕਰਮ ਜਿਨ੍ਹਾਂ ਦੇ ਵਿੱਚ ਮੈਲ ਨਹੀਂ। ਮਨੁੱਖ ਧਾਰਮਿਕ ਕਰਮ ਕਰਦਾ, ਉਹਦੇ ਵਿੱਚ ਵੀ ਮੈਲ ਹੈ। ਤਾਂ ਹੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਪਾਪ ਪੁੰਨ ਦੋਏ ਏਕ ਸਮਾਨ। ਇੱਕ ਬੰਦਾ ਪਾਪ ਕਰਮ ਕਰ ਰਿਹਾ ਹੈ, ਮੈਲਾ ਕਰਮ ਹੈ, ਪਰ ਇੱਕ ਮਨੁੱਖ ਪੁੰਨ ਦਾ ਕਰਮ ਕਰ ਰਿਹਾ, ਮਕਸਦ ਉਹਦਾ ਵੀ ਉਹੀ ਹੈ ਪਾਪ ਵਾਲੇ ਦਾ।
एक बंदा पाप करके माया इकट्ठी कर रहा, किसी का कतल करता, किसी के घर डाका मार लिया, कोई बैंक लुट लिया, कुछ कर लिया, उन्हें पाप कर्म किया है। पर एक धर्म की आड़ दे विच लोकां कोलों माया इकट्ठी कर रहा जी, असी गुरुद्वारा बनाना, असी मंदिर बनाना, असी मस्जिद बनानी, असी लंगर लाने ने, असी कुड़ियां दे विआह करने ने। पर असल विच मकसद उहदा यह है भी मेरा भी दाल फुलका चलता रहे। है पुण्य कर्म सी, पर यह कर्म ही मैला हो गया, क्योंकि मकसद इहदा भी उही है जिवें किसी ने डाका मारिया है, किसी का कतल करके उहदा धन खो लिया है, किसी भी राह जांदे राही नूं लुट लिया है। वो तो पाप कर्म है ही, पर पुण्य कर्म भी धर्म की आड़ लैके लोगों नूं जे ठगिया जा रहा है, लुटिया जा रहा है। तो भगत कबीर साहब कहते पाप पुण्य दोए एक समान। कहते पाप तो है ही पाप सी, पर पुण्य भी पाप बन गया, क्योंकि मकसद दोवां दा इक्को है। पापी का मकसद भी माया इकट्ठी करनी है, जिहड़ा पुण्य कर्म कर रहा मकसद उहदा भी ये है कि किसी ना किसी धार्मिक कर्म के नाँ ते माया इकट्ठी करके अपना भी कारोबार चलाना है। तो इस तरह ये जिहड़ा धर्म है ये दुनिया विच नास्तिकता नूं पैदा करता है, बेचैनी नूं पैदा करता है। सतगुरु कहंदे सारियां दा धर्म इक्को ही है भाई, वो है निर्मल कर्म करना, जिस कर्म दे विच कोई मैल नहीं। पुण्य कर रहा है पर कोई इच्छा नहीं है, एक पैसे की भी इच्छा नहीं है, वो निर्मल कर्म है, वो पुण्य कर्म है। तो साहब सच्चे पातशाह कहते ज्ञान तो बिना, आत्मक ज्ञान तो बिना मनुख पुण्य कर्म नूं भी पाप कर्म विच बदल देंदा है, क्योंकि अंदर दी सोझी नहीं है। अंदर दी सोझी ना होने करके ये पुण्य कर्म नूं भी पाप बना देंदा है। अंदर दी सोझी किवें आवेगी? जदों एक नाल जुड़ेगा, जदों वाहिगुरू का नाम जपेगा, सिमरन करदियां करदियां इनू अंदरों सोझी आवन लग जाएगी। श्री सुखमनी साहब जी आरंभ विच महाराज जी ने सारा दसिया है कि सिमरन करन दे नाल मनुख नूं की बरकतां पैदा होंदियां ने। फिर ये पाप कर्म नहीं करेगा, फिर ये वाकिया ही निर्मल कर्म करेगा। तो साहब सच्चे पातशाह फरमान कर रहे ने महला दूजा, जोग शब्दं ज्ञान शब्दं वेद शब्दं ब्राह्मणं। जोगी ने कहा जिहड़ा साडे वांग समाधियां लाणियां ने इस तरह का ज्ञान, वो कहंदा ये साडे वाला धर्म सब नालों वधिया है। इस करके परिवार नूं छड्डो, कारोबार नूं छड्डो, जोगी बन जाओ। वड्डे वड्डे राजे जोगी बन गए, भरथरी वर्गे जोगी राजे जोगी बन गए, पर वो रस प्राप्त ना होया। तो गुरु नानक देव महाराज जी दे कोल आके फिर सवाल कीते। आसा राग ते रामकली राग दे विच जो सवाल भरथरी करदा है, मछिंद्र नाथ करदा है, गुरु नानक पातशाह उहदा जवाब देंदे ने। तो पातशाह कहंदे वेद शब्दं ब्राह्मण है, जिहड़ा ब्राह्मण है उन्हें कहा भी धार्मिक वेदां नूं पढ़ना पढ़ाना, जग करना कराउणा, दान देना लेना, ये 6 कर्म जिहड़े ने ब्राह्मण ने यही अपना धर्म समझ लिया। पर असल विच जो सोझी लैनी सी वो नहीं लई, कर्म कांड करन लग पे। खत्तरी शब्दं सूर शब्दं सूदर शब्दं पराकिरत। खत्तरी का की धर्म बना दिता भी तू जंग दे मैदान विच लड़ना है, कौम दी देश की रखिया करनी, यही तेरा धर्म है। तो उन्हें अपना यही धर्म समझ लिया। शूदर का धर्म की दूजियां की सेवा करनी, जो कल भी बेनती की सी। भाई गुरदास जी इस शब्द की व्याख्या तो बड़े सोहने बचन लिखते हैं। जो गुरु नानक पातशाह जी आए ना,
तो गुरु नानक देव महाराज जी ने 4 वर्ण एक वर्ण कराया। महाराज कहते वंड नहीं पानी, सारे वर्णा नूं एक करता। सब तो पहला है ब्राह्मण, जिहड़ा 4 वर्ण ने ਉਹਦੇ ਵਿੱਚੋਂ पहला वर्ण है ब्रह्म दा वर्ण। महाराज कहते असीं ऐसा मनुख बनाना है जिहड़ा ब्रह्म दी विचार करे, ते केवल ब्रह्म दी विचार ही ना करे, केवल रब दी गल ही ना करे, ਉਹਦੀਆਂ ਭੁਜਾ ਦੇ ਵਿੱਚ ਉਹਦੀਆਂ ਬਾਹਾਂ ਵਿੱਚ ਬਲ ਹੋਵੇ, ਉਹ ਛਤਰੀ ਵੀ ਹੋਵੇ। ਜਦੋਂ ਦੇਸ਼ ਕੌਮ ਨੂੰ ਲੋੜ ਪਵੇ ਤੇ ਉਹ ਜੰਗ ਦੇ ਮੈਦਾਨ ਵਿੱਚ ਜਾ ਕੇ ਦੁਸ਼ਮਣ ਦਾ ਟਾਕਰਾ ਕਰੇ, ਦੁਸ਼ਮਣ ਨੂੰ ਮਾਰੇ। ਤੀਸਰਾ ਹੈ ਵੈਸ਼ ਵਰਨ, ਉਹ ਹੈ ਖੇਤੀਬਾੜੀ ਕਰਨਾ, ਕਾਰੋਬਾਰ ਕਰਨਾ। ਸਿੱਖ ਦੇ ਵਿੱਚ ਮਹਾਰਾਜ ਜੀ ਨੇ 4 ਗੁਣ ਭਰ ਦਿੱਤੇ। ਜਿੱਥੇ ਉਹ ਧਾਰਮਿਕ ਗ੍ਰੰਥਾਂ ਨੂੰ ਪੜ੍ਹੇਗਾ, ਨਾਮ ਜਪੇਗਾ, ਬ੍ਰਹਮ ਦੀ ਵਿਚਾਰ ਕਰੇਗਾ, ਉੱਥੇ ਲੋੜ ਪੈ ਗਈ ਤੇ ਉਹ ਛਤਰੀ ਦੀ ਵਾਂਗ ਜਾ ਕੇ ਜੰਗ ਦੇ ਮੈਦਾਨ ਵਿੱਚ ਲੜੇਗਾ। ਤੇ ਫਿਰ ਉਹ ਵੈਸ਼ ਦਾ ਅਰਥ ਹੈ ਆਪਣਾ ਕੰਮ ਕਰਕੇ ਰੋਟੀ ਖਾਣੀ, ਉਹਨੂੰ ਵੈਸ਼ ਮਹਿਕਮਾ ਕਿਹਾ ਗਿਆ ਹੈ। ਕੋਈ ਕਾਰੋਬਾਰ ਕਰਨਾ। ਮਹਾਰਾਜ ਕਹਿੰਦੇ ਜਿਹੜਾ ਸਾਡਾ ਸਿੱਖ ਹੈ ਉਹ ਆਪਣੀ ਕਿਰਤ ਆਪ ਕਰੇਗਾ। ਸ਼ੂਦਰ ਦਾ ਭਾਵ ਹੈ ਦੂਜਿਆਂ ਦੀ ਸੇਵਾ ਕਰਨੀ, ਜਿਵੇਂ ਆਪਣੇ ਘਰਾਂ ਵਿੱਚ ਵੀ ਸੇਵਾ ਕਰਦੇ ਨੇ, ਕੰਮ ਕਰਦੇ ਨੇ ਜਾਂ ਕਿਤੇ ਵੀ। ਤੇ ਮਹਾਰਾਜ ਕਹਿੰਦੇ ਸਾਡਾ ਸਿੱਖ ਇਹ ਸ਼ੂਦਰ ਵਰਨ ਦੇ ਵਾਂਗ ਜੇ ਲੋੜ ਪਈ ਹੈ ਤੇ ਗੁਰੂ ਘਰ ਵਿੱਚ ਝਾੜੂ ਵੀ ਮਾਰੇਗਾ, ਸੇਵਾ ਵੀ ਕਰੇਗਾ, ਜੂਠੇ ਬਰਤਨ ਵੀ ਮਾਂਜੇਗਾ। ਮਨੁੱਖਤਾ ਦੀ ਸੇਵਾ ਵਾਸਤੇ ਜੋ ਵੀ ਬਣ ਸਕੇ ਕਰੇਗਾ। ਪਰ ਉਸ ਸਮੇਂ ਅੰਦਰ ਮਨੂ ਸਿਮਰਤੀ ਦੇ ਵਿੱਚ ਇਹ ਵਰਨ ਵੰਡ ਪਾ ਦਿੱਤੀ ਗਈ। ਖੱਤਰੀ, ਬ੍ਰਾਹਮਣ, ਸੂਦ, ਵੈਸ਼, ਉਪਦੇਸ਼ 4 ਵਰਨਾਂ ਕੋ ਸਾਂਝਾ। ਮਹਾਰਾਜ ਨੇ 4 ਵਰਨਾਂ ਨੂੰ ਇੱਕ ਕਰਤਾ। ਮਨੂ ਸਿਮਰਤੀ ਨੇ ਵੰਡ ਦਿੱਤਾ ਮਨੁੱਖ ਨੂੰ, ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਕਰ ਦਿੱਤਾ। ਸ਼ੂਦਰ ਦਾ ਧਰਮ ਬਣਾਤਾ, ਤੂੰ ਦੂਜਿਆਂ ਦੀ ਸੇਵਾ ਕਰਨੀ, ਤੂੰ ਧਾਰਮਿਕ ਕਰਮ ਨਹੀਂ ਕਰ ਸਕਦਾ, ਤੈਨੂੰ ਜੰਗ ਦੇ ਮੈਦਾਨ ਵਿੱਚ ਲੜਨ ਦੀ ਲੋੜ ਨਹੀਂ, ਤੈਨੂੰ ਕਾਰੋਬਾਰ ਖੇਤੀ ਕਰਨ ਦੀ ਲੋੜ ਨਹੀਂ, ਤੂੰ ਇਹਨਾਂ 3 ਵਰਨਾਂ ਦੀ ਸੇਵਾ ਕਰਨੀ ਹੈ, ਇਹਨਾਂ ਵੱਲੋਂ ਜੋ ਮਿਲੇਗਾ ਉਹਦੇ 'ਤੇ ਗੁਜ਼ਾਰਾ ਕਰਨਾ ਹੈ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਹੀਂ ਭਾਈ, ਸਰਵ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ, ਨਾਨਕ ਤਾਂ ਗਾ ਦਾਸ ਹੈ ਸੋਈ ਨਿਰੰਜਨ ਦਿਓ। ਸਾਰਿਆਂ ਦਾ ਇੱਕੋ ਧਰਮ ਹੈ, ਉਹ ਕੋਈ ਜਾਣ ਲਵੇ। ਉਹ ਕੀ ਹੈ? ਵਾਹਿਗੁਰੂ ਦਾ ਨਾਮ ਜਪਣਾ, ਉਸ ਵਾਹਿਗੁਰੂ ਨਾਲ ਇੱਕ ਹੋਣਾ। ਤੇ ਮਹਾਰਾਜ ਕਹਿੰਦੇ ਜਿਹੜਾ ਇਸ ਚੀਜ਼ ਨੂੰ ਪਛਾਣ ਲਵੇ, ਜਾਣ ਲਵੇ, ਅਸੀਂ ਉਹਦੇ ਸੇਵਕ ਹਾਂ। ਮਹੱਲਾ ਦੂਜਾ। ਏ ਕ੍ਰਿਸ਼ਨੰ ਸਰਵ ਦੇਵਾ, ਦੇਵ ਦੇਵਾਤਾ ਆਤਮਾ। ਇੱਕ ਵਾਹਿਗੁਰੂ ਪਰਮਾਤਮਾ ਜਿਹਦੇ ਵਿੱਚ ਜਿਹਨੂੰ ਕੋਈ ਆਪਣੇ ਵੱਲ ਖਿੱਚ ਨਹੀਂ ਸਕਦਾ। ਕ੍ਰਿਸ਼ਨ ਦਾ ਅਰਥ ਹੈ ਖਿੱਚ ਲੈਣਾ। ਕ੍ਰਿਸ਼ਨ ਜਿਹਨੂੰ ਖਿੱਚਿਆ ਨਾ ਜਾ ਸਕੇ, ਜਿਹਨੂੰ ਕਿਸੇ ਤਰ੍ਹਾਂ ਮੋਹਿਤ ਨਾ ਕੀਤਾ ਜਾਵੇ, ਉਹ ਕੇਵਲ ਵਾਹਿਗੁਰੂ ਹੈ ਜੋ ਸਾਰਿਆਂ ਦੇਵਤਿਆਂ ਦਾ ਦੇਵ ਹੈ। ਦੇਵ ਦਾ ਅਰਥ ਹੈ ਪ੍ਰਕਾਸ਼, ਜੋ ਸਾਰਿਆਂ ਨੂੰ ਪ੍ਰਕਾਸ਼ ਦੇ ਰਿਹਾ ਹੈ। ਮਹਾਰਾਜ ਕਹਿੰਦੇ ਦੇਵਤਿਆਂ ਦਾ ਵੀ ਜੋ ਦੇਵਤਾ ਹੈ ਉਹ ਵਾਹਿਗੁਰੂ ਪਰਮਾਤਮਾ ਹੈ। ਆਤਮਾ ਬਾਸ ਦਿਵਸ ਜੇ ਕੋ ਜਾਣੈ ਭਿਓ। ਉਸ ਵਾਹਿਗੁਰੂ ਦਾ ਸਾਰੀਆਂ ਆਤਮਾਵਾਂ ਦੇ ਵਿੱਚ ਵਾਸ ਹੈ, ਭਾਵ ਸਾਰੇ ਪਾਸੇ ਉਹਦਾ ਵਾਸ ਹੈ। ਜੇ ਕੋਈ ਇਸ ਭੇਦ ਨੂੰ ਜਾਣ ਲਵੇ, ਨਾਨਕ ਤਾਂ ਗਾ ਦਾਸ ਹੈ ਸੋਈ ਨਿਰੰਜਨ ਦਿਓ। ਪਾਤਸ਼ਾਹ ਕਹਿੰਦੇ ਅਸੀਂ ਉਹਦੇ ਦਾਸ ਬਣ ਜਾਵਾਂਗੇ ਜਿਹੜਾ ਇਸ ਭੇਦ ਨੂੰ ਜਾਣ ਲਵੇ, ਜੋ ਉਸ ਵਾਹਿਗੁਰੂ ਨੂੰ ਜਾਣ ਲਵੇ। ਨਾਨਕ ਦਾਗਾ ਦਾਸ ਹੈ ਸੋਈ ਨਿਰੰਜਨ ਦਿਓ। ਕਿਉਂਕਿ ਜਦੋਂ ਮਨੁੱਖ ਇੱਕ ਵਾਹਿਗੁਰੂ ਨਾਲ ਜੁੜ ਗਿਆ, ਇਹ ਮਨੁੱਖ ਦੇ ਵਿੱਚ ਜਿਹੜੀਆਂ ਵੰਡੀਆਂ ਪਾ ਦਿੱਤੀਆਂ ਸ਼ੂਦਰ, ਵੈਸ਼, ਬ੍ਰਾਹਮਣ, ਛਤਰੀ, ਇਹ ਫਿਰ ਮਿਟ ਜਾਵੇਗਾ। ਉਹ ਮਨੁੱਖ ਫਿਰ ਸਾਰਿਆਂ ਨਾਲ ਪਿਆਰ ਕਰੇਗਾ। ਕੱਲ੍ਹ ਵੀ ਬੇਨਤੀ ਕੀਤੀ ਸੀ, ਸ਼ੂਦਰਾਂ ਨੂੰ
अजे भी ऐसा है, बहुत वड्डे धार्मिक मंदिरां विच जाण दी आग्या नहीं, धार्मिक ग्रंथां नूं पढ़न दी आग्या नहीं। उन्हां मंदिरां विच बैठ के वो रब दा जस नहीं गा सकदे, क्योंकि गुरबाणी विच पढ़ो, भगत नामदेव जी अपने नाल जो बीती वो दसदे ने। हसत खेलत तेरे दियोरे आया, भगत करत नामा पकड़ उठाया। बहुत वड्डा मंदिर है वो, जिथे भगत नामदेव जी गए सन। अज भी वो मंदिर मौजूद है, वो मंदिर फिरिया होया अज भी। हसत खेलत तेरे दियोरे आया, भगत करत नामा पकड़ उठाया। हिनड़ी जात मेरी जादम राया, छीपे के जन्म काहे को आया। लै कमली चलियो पलटाए, दियोरे पाछै बैठा जाए। ज्यों ज्यों नामा हरगुण उचरै, भगत जना को दियोरा फिरै। पर वरण वंड के मुताबिक तुसी मंदिर विच नहीं बैठ सकते, नहीं रब दा जस गा सकते। भगत नामदेव जी नूं धक्के मार के बाहर कढ़ दिता सी। वो तां भगती सी उन्हां दी, ते रब ने उन्हां ते किरपा करती, वो दियोरा फेर दिता। पर आम शूदर नूं कित्थे वड़न दिता जांदा है। गुरु नानक पातशाह जी ने वेखो किन्नी वडियाई दिती। संगत आप बैठे हो गुरु दरबार विच, इत्थे कोई किसी जात का बंदा आके बैठ जाए, कोई हिंदू मुसलमान आवे, कोई किसी फिरके का बंदा आ जाए, कोई रुकावट नहीं है। लंगर बैठ के छके, सेवा करे, कोई इतराज नहीं। क्योंकि महाराज कहते असल में रब की बंदगी यही है, कला वाहिगुरू वाहिगुरू करना जां राम जां अल्लाहू अल्लाह करना बंदगी नहीं है। जिथे वो भी बंदगी है, असल में बंदगी है उहदे बंदियां नूं प्यार करना, रब दे बनाए हुए जीवां नूं प्यार करना, उन्हां नूं एक दृष्टि नाल वेखना। पर यह आत्मक ज्ञान तो बिना गल नहीं हुंदी। आत्मक ज्ञान कित्थों मिलेगा, इसदा जवाब अगे दिंदे ने महाराज। महला पहला। कुंभे बद्धा जल रहे, जल बिन कुंभ ना होए। ज्ञान का बद्धा मन रहे, गुर बिन ज्ञान ना होए। पानी नूं एक थां ते रखना है तां उहदे वास्ते कोई भांडा चाहिदा है, कोई बर्तन चाहिदा है। पानी आपां अपने घर विच लिया के वैसे 2-4 बाल्टियां सड़ दीए विहड़े विच, किन्ना कुछ चिर रहेगा, सुक जाएगा, आसे पासे खिलर जाएगा। पर जे आपां उहनूं लंबा समा रखना है, कोई बर्तन विच पा के रखना पवेगा। कुंभे बद्धा जल रहे, जल बिन कुंभ ना होए। इसे तरह महाराज कहते जिहड़ा साडा मन है, इहनूं टिका विच रखण वास्ते ज्ञान चाहिदा है। कुंभे बद्धा जल रहे, जल बिन कुंभ ना होए। जिहड़ा घड़ा बनिया है वो भी जल तो बनिया, जो कुछ आकार बनिया सब जल तो बनिया है। गुरबाणी का महान वाक है, साचे ते पवना पिया, पवनै ते जल होए। जल ते त्रिभवन साजिया, घट घट जोत समोए। इसे करके धरती नालों 3 गुणा जल ज़्यादा है, समुंदर 3 गुणा पानी ज़्यादा है। साढ़े शरीर विच भी किसी डॉक्टर नूं पुछ लो जे, 3 गुणा पानी ज़्यादा है शरीर दे विच। साडा शरीर भी एक ब्रह्मांड है, एक धरती है, ये भी जल 3 गुणा ज़्यादा है। जिमें जल नूं रखना होवे, जल तो घड़ा बनिया, जल नूं जे बन के रखना तो घड़े विच ही भांडे विच ही रखा जाएगा। इस तरह उस आत्मक ज्ञान तो, रब्बी ज्ञान तो ही साड़ी आत्मा का जन्म होया। जिन्ने भी शरीर आकार ने दुनिया में, जो कुछ भी है, ये रब्बी नूर तो बनया है। साडा मन भी तो उस तो ही बनया है। उन्हों टिकाण वास्ते भी आत्मक ज्ञान ही चाहिए है। तो वह आत्मक ज्ञान कित्थों मिलेगा? गुरु दे कोलों। ज्ञान का बद्धा मन रहे, गुर बिन ज्ञान ना होए। गुरु की मत तो बिना वो ज्ञान पैदा नहीं हुंदा। गुरु की मत जो आपां लैके नाम जपांगे
वो ज्ञान जदों अंदर पैदा हुंदा है उहदे बारे भगत कबीर साहब दसदे ने, कहंदे देखो भाई ज्ञान की आई आंधी, आंधी हनेरी। कहंदे देखो भाई साडे जीवन विच जदों गुरु ने किरपा कीती, साडे जीवन विच आत्मक ज्ञान की ऐसी हनेरी आई। देखो भाई ज्ञान की आई आंधी, सवै उडानी भरम की टाटी रह न माया बांधी। जिवें एक छपरी बनी है ना, छपरी किवें तैयार हुंदी है, उहदे विच ना दो थमियां गड्डियां दसदियां ने, एक उधर एक उधर। उन्हां दे उपर एक वड्डा सारा वड़ा रखिया जांदा है, फिर साइडां तो कुछ सपोर्टां कीती, फिर उत्ते काने बन्ने जांदे ने रस्सी दे नाल, काने बन बन के फिर वो छन तैयार हो जाती है। पर जदों हनेरी आउंदी किते जोर दी, वो छन उड़ जाती, खिलर पुलर जाती है। मनुख ने अपने जीवन के अंदर बेसमझी दी, दुरमत दी, माड़े कर्मां दी, माया दी, मोह दी, ये सारी एक छपरी तैयार की हुई है, तो उहदे विच बैठा होया दुख पा रहा है। तो भगत कबीर साहब कहते जदों गुरु की मत लैके नाम जपिया, उस नाम की बदौलत अंदर आत्मक ज्ञान पैदा हो गया। देखो भाई ज्ञान की आई आंधी, सबै उडानी भ्रम की टाटी रह न माया बांधी। माया रूपी रस्सी दे नाल, माया दे मोह नाल असी भरम विच बंधे हुए हैं। कई तरह के भरम जिहड़े ने पए हुए ने, भरम दे काने पाए हुए ने इस सन दे उपर। दो चित्ते की दोए थून गरानी, मोह बलेडा टूटा। तृष्णा शान परी धर उपर, दुरमत भांडा फूटा। कहते वो दुबदा दी जड़ियाँ थमियां दो लाइयां सी ना, दुबदा विच मन साडा कदे कहंदा रब दा नाम जप लईए, कदे कहंदा संसार ठीक है इस पासे ये भी जीविया जावे, कदी उधर जां मन विच आउंदा भी कई बार कोई दुख आ जाए तो कहते भी उत्थे तू जा, वो सियाणा बंदा बैठा है वो तेरा हल करेगा, रब नूं छड़ के उधर तुर पैंदा है। ये दुविधा विच पैंदे। दो चित्ते की दोए थूण गरानी, मोह बलेडा टूटा। मोह पिया ते तृष्णा थां छान धरी धर उपर, दुरमत भांडा फूटा। अंदर जिहड़े दुरमत दे भांडे पे सी वो टुट गए, खिलर गए। मनुख ने अपने अंदर एक छन बनाई हुई है। जदों आत्मक ज्ञान की हनेरी आई, वो सारा कुछ उड़ गया। तो भगत कबीर साहब कहते आंधी पाछे जो जल बरखै, ते तेरा जन पीना। जदों ये सारे अंदरों चीज़ां माड़ियां चलियां गईयां, उदों नाम जपीए तो अंदर आत्म और रस की वरखा होने लग जाती है। अजे नहीं वो गल बनी तां ते अपना मन टिकता नहीं है, तो इन्ना समा हो गया अजे वो अवस्था नहीं बनी, क्योंकि आपां गुरु की मत नहीं लई। आंधी पाछे जो जल वरकै, ते तेरा जन पीना। कह कबीर मन पिया प्रगासा, उदय भान जब कीना। जदों हनेरी खत्म हो गई, मीह पिया बड़ा जोरदार, थे सारा आसमान साफ हो गया, सूरज चढ़ पिया सामने। इस तरह जदों अंदरों अज्ञानता, अविद्या, असमता, माड़े कर्म दूर हो गए, फिर अंदर रब दे नाम दा सूरज चढ़ गया, जिन्हों गुरु गोबिंद सिंह महाराज कहते ने नमो सूरज सूरजे, नमो चंद्र चंद्रे। हे वाहिगुरु तू सूरजा दा भी सूरज है। ऐसा नूर ऐसा प्रकाश, कुंभे बद्दा जल रहे, जल बिन कुंभ ना होए, ज्ञान का बद्दा मन रहे, गुर बिन ज्ञान ना होए। उस आत्मक ज्ञान नाल मन टिक सकता है, फोके ज्ञान नाल नहीं मन टिकेगा। आत्मक ज्ञान नाल मन टिकेगा, पर आत्मक ज्ञान मिलता है गुरु दे कोलों। गुरु किसी भी चेले नूं कदों अपनी आखिरी कुंडी समझाता है, ज्ञान दिंदा। जदों कोई चेला पूरा समर्पित हो जाता है ना, तो गुरु फिर किरपा करके उन्होंने सारा भेद दे दिंदा है। आउंदे बड़े ने सीखण वास्ते, अज तां होर सिस्टम है। पुराने समयां विच जदों किसी ने विद्या लैनी, किसी भी तरह की संगीत की, किसी भी तरह की, तो उस्ताद ने पहला वेखी जाना भी इन्हां विचों असल विच विद्या लैण दा अधिकारी कौन है।
फिर उसे नूं विद्या देनी। इसे तरह गुरमुखो सतगुरु की बाणी कहती, सेवक सिख पूजन सब आवे, सब गावें हर हर ऊतम बानी, गाविया सुनिया तिनका अर्थाएं पावै। जिन सतगुरु की आग्या सत सत करमानी। बाणी तो सारे ही पढ़ते हैं, पर महाराज कहते प्रवान उहदी हुंदी है जिहड़ा आग्या मनदा है गुरु की। ये आपां हुण वेख लो भी आपां आग्या मननी कि नहीं मननी। बाकी पढ़ी चलो। फिर महाराज कहते भी प्रवान तां ही होनी जे गुरु की आग्या सत करके मनोगे। जो गुर कह सोई भल मानो। हर हर कथा निराली। जो गुरु ने कहता है उन्होंने मनना करो, फिर गल बनेगी। सतगुरु मैं आराम करन अमृत बचना नूं कमा सकीए। होइयां भुल्लां दी खिमा। वाहिगुरू जी का खालसा वाहिगुरू जी की फतेह।